ਲਾਈਵ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੋਜੀਆ। ਤੁਹਾਨੂੰ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਦੇ ਨਾਲ ਮੁਖਾਤਿਬ ਕਰਾਵਾਂਗੇ ਹਰ ਰੋਜ਼ ਦੀ ਤਰ੍ਹਾਂ। पर उस तो पहला नज़र मार लेंदे हां अज दीआं सुर्खियां ते। अमरीका दे विच पंजाबी नौजवान दा गोलियां मार के कतल। अमरीका 'च वड्डा रैंसवेयर हमला, कई वैबसाइटां ठप। डॉक्टरां ने गर्भ दे विच पल रहे बच्चे दी कीती ब्रेन सर्जरी। ट्रक चला रहे भारती ने कार नूं मारी टक्कर, होईयां 2 मौतां। बाइडन दे सलाहकार क्राउन प्रिंस नाल करनगे मुलाकात। हुण खबरां विस्तार दे नाल। सब तो पहला गल करदे हां अमरीका तो आई मनभागी खबर दी। अमरीका दे विच एक होर पंजाबी नौजवान दा गोलियां मार के कतल कर दिता गया। यह नौजवान अमरीका दे ही एक गैस स्टेशन दे विच काम करदा सी अते लुटेरियां दे वल्लों इस नौजवान दा कतल किया गया। लुटेरे जो कि लुट दी नीयत दे नाल गैस स्टेशन दे विच दाखल हुंदे ने अते उहनां दे वल्लों नवजोत सिंह दे कोलों पैसिਆਂ ਦੀ ਮੰਗ ਕੀਤੀ ਜਾਂਦੀ ਹੈ। नवजोत दे वल्लों इस मंग नूं पूरा भी कर दिता जांदा है, पर लुटेरियां दे वल्लों नवजोत सिंह नूं गोलियां मार के मौत दे घाट उतार दिता जांदा है। दस दिए कि इस पूरी घटना दी सीसीटीवी वीडियो भी सामने आई है। परिवारक मैंबर हुण राज सभा मैंबर संत सीचेवाल दे कोल पहुंचे ने अते उहनां दे वल्लों मदद दी गुहार लगाई जा रही है, इंसाफ दी गुहार लगाई जा रही है ते नाल ही मंग कीती जा रही है कि उहनां दे पुत दी मृतक देह नूं छेती तो छेती भारत लिआया जावे तां जो उस दीआं अंतिम रस्मां कर सकन। कि कुछ बयान सामने आए ने, तुहानूं सुणाउंदे हां। मेरा नाम भुपिंदर सिंह है जी। मेरा भतीजा अमरीका च वैनकूवर दे विच वाशिंगटन स्टेट दे विच गया सीगा। उत्थे मॉल च पेट्रोल पंप ते ड्यूटी करदा सी, जिथे 4 तरीक नूं जिहड़े डाकू ने रॉबर्ट ने उन्होंने उन्होंने गोली मार के मार दिता। वो पिछे अप्रैल च गया सी 2022 च जी। ਅਸੀਂ ਇਹ ਬੇਨਤੀ ਕਰਨ ਆਏ ਹਾਂ ਜੀ ਵੀ ਉਹਨਾਂ ਦੀ ਜੋ ਡੈੱਡ ਬੋਡੀ ਹੈ ਸਰਕਾਰ ਕੇ ਭਾਰਤ ਸਰਕਾਰ ਕੇ ਵੀ ਬੇਨਤੀ ਹੈ ਕਿ ਉਹ ਵਾਰਸਾਂ ਦੇ ਇੱਥੇ ਕੋਲ ਭੇਜੀ ਜਾਵੇ ਜੀ। ਮੇਰਾ ਭਤੀਜਾ ਨਵਜੋਤ ਸਿੰਘ ਜੋ ਕਿ ਪਿਛਲੇ ਸਾਲ ਅਮਰੀਕਾ ਵਿੱਚ ਗਿਆ ਸੀਗਾ ਮਾਰਚ ਅਪ੍ਰੈਲ ਦੌਰਾਨ। ਉੱਥੇ ਬੜਾ ਵਧੀਆ ਕੰਮ ਕਰਦਾ ਹੈ ਗੈਸ ਸਟੇਸ਼ਨ ਕੰਮ ਦੇ ਦੌਰਾਨ ਹੀ ਉਹਦੇ ਤੇ ਲੁਟੇਰੇ ਆਏ। ਉਹਨਾਂ ਨੂੰ ਉਹਨੇ ਜੋ ਸੀ ਉਹ ਸਮਾਨ ਵੀ ਦੇ ਦਿੱਤਾ, ਜੋ ਕੈਸ਼ ਵਗੈਰਾ। ਉਹ ਫੇਰ ਵੀ ਜਾਂਦੇ ਹੋਏ ਉਹਦੇ ਗੋਲੀ ਮਾਰ ਕੇ ਉਹਦੀ ਡੈਥ ਹੋ ਗਈ ਮੌਕੇ ਤੇ, ਜੋ ਕਿ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ। ਅਸੀਂ ਉਮਰ ਉਹਦੀ 30 ਸਾਲ ਦੇ ਕਰੀਬ, ਕਾਫੀ ਦੇਰ ਤੋਂ ਅਮਰੀਕਾ ਜਾਣ ਦੀ ਹੈ ਕਰਦਾ ਸੀ। ਉਹਨੂੰ ਮੈਂ ਰੋਕਦਾ ਸੀ ਬਾਰ-ਬਾਰ, ਕੋਈ ਇੱਥੇ ਕਾਰੋਬਾਰ ਕਰ ਲਓ, ਨਹੀਂ ਕਹਿੰਦਾ ਅਮਰੀਕਾ ਹੀ ਜਾਣਾ, ਅਮਰੀਕਾ ਹੀ ਜਾਣਾ। ਇਹ ਘਟਨਾ ਵਾਪਰ ਗਈ ਕੱਲ 4 ਤਰੀਕ ਨੂੰ। ਸਾਨੂੰ ਫੋਨ ਤੇ ਪਤਾ ਲੱਗਾ ਉੱਧਰੋਂ ਰਿਸ਼ਤੇਦਾਰਾਂ ਨੂੰ, ਮੌਕੇ ਤੇ ਉਹਦੀ ਡੈਥ ਹੋ ਗਈ। ਕਿਉਂ ਕਰਦੇ ਅਸੀਂ ਇੱਥੇ ਬਾਬਾ ਜੀ ਸੀਚੇਵਾਲ ਸਾਹਿਬ ਰਾਜ ਸਭਾ ਮੈਂਬਰ ਉਹਨਾਂ ਕੋਲ ਆਏ ਸੀਗੇ ਵੀ ਉਹਦੀ ਬੋਡੀ ਆਖਰੀ ਦਰਸ਼ਨ ਕਰਨ ਵਾਸਤੇ ਰੀਤੀ ਰਿਵਾਜਾਂ ਨਾਲ ਅਸੀਂ ਆਪਣੇ ਕਰ ਸਕੀਏ। ਉਹ ਜਿਹੜੀ ਬੋਡੀ ਮੰਗਵਾਉਣ 'ਚ ਸਾਡੀ ਹੈਲਪ ਕੀਤੀ ਜਾਵੇ। ਭਾਰਤ ਸਰਕਾਰ ਅੱਗੇ ਵੀ ਬੇਨਤੀ ਕਰਦੇ ਤੇ ਜਲਦੀ ਤੋਂ ਜਲਦੀ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ। ਪਹਿਲਾਂ ਉਹਦੇ ਕਿਉਂਕਿ ਇਹ ਬੱਚਾ ਨਵਜੋਤ ਇਹ ਚਾਹੁੰਦਾ ਸੀ ਕਿ ਮੈਂ ਬਾਹਰ ਹੀ ਜਾਣਾ। 3 ਟਰਾਈਆਂ ਭਾਵ 3 ਵਾਰ ਪੈਸੇ ਦਿੱਤੇ, ਨਹੀਂ ਜਾ ਪਾਇਆ। ਚੌਥੀ ਵਾਰੀ ਫਿਰ 40 ਲੱਖ ਦੇ ਕੇ ਇਹ ਪਤਾ ਨਹੀਂ ਕਿੰਨੀਆਂ ਕੁ ਰਸਤੇ ਦੇ ਵਿੱਚ ਆਪਣੇ ਔਕੜਾਂ ਸਹਾਰਦਾ ਹੋਇਆ ਅਮਰੀਕਾ ਗਿਆ। ਅਮਰੀਕਾ ਦੇ ਵਿੱਚ ਇਹਨੂੰ ਸਿਰਫ 1 ਸਾਲ ਹੋਇਆ ਸੀ ਤੇ ਇਹ ਉਹਦਾ ਜਿਹੜਾ ਹੈ ਗੋਲੀ ਮਾਰ ਕੇ ਉਹਦਾ ਕਤਲ ਹੋ ਗਿਆ। ਉਹ ਬੱਚਾ ਕੀ ਕਰਦਾ ਸੀ ਨਵਜੋਤ? ਉਹ ਪੈਟਰੋਲ ਪੰਪ ਤੇ ਤੇਲ ਪਾਉਂਦਾ ਸੀ, ਪੈਸੇ ਖੋਹਣ ਵਾਸਤੇ ਆਏ। ਆਪਾਂ ਚਾਹੁੰਦੇ ਹਾਂ ਵੀ ਖਰੇ ਪੰਜਾਬ ਦੇ ਵਿੱਚ ਇਹ ਬਹੁਤ ਕੁਝ ਹੋ ਰਿਹਾ। ਕਿੱਡਾ ਵੱਡਾ ਅਮਰੀਕਾ ਜਿਹੜਾ ਦੁਨੀਆ ਨੂੰ ਰਸਤਾ ਕਹਿੰਦੇ ਦੱਸਦਾ, ਉਸ ਮੁਲਕ ਦੀ ਹਾਲਤ ਆ। ਉਹ ਨਵਜੋਤ ਪੈਟਰੋਲ ਪੰਪ ਦੇ ਉੱਤੇ ਤੇਲ ਪਾਉਂਦਾ ਜਿਹੜਾ ਹੈ ਉਹ ਗੋਲੀ ਦਾ ਸ਼ਿਕਾਰ ਹੋ ਗਿਆ। ਅੱਜ ਉਹਨਾਂ ਦਾ ਪਰਿਵਾਰ
ਉਹਨਾਂ ਦੇ ਜਿਹੜੇ ਹੈ ਨੌਜਵਾਨ ਜਿਹਦਾ ਹਜੇ ਵਿਆਹ ਨਹੀਂ ਸੀ ਹੋਇਆ, ਛੋਟਾ ਭਾਈ ਜਿਹੜਾ ਹੈ ਉਹ ਆਈਲੈਟਸ ਕਰਕੇ ਇੰਗਲੈਂਡ ਦੇ ਵਿੱਚ ਆ। ਮਾਂ ਬਾਪ ਜਿਹੜਾ ਹੈਗਾ ਪਰਿਵਾਰ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਸੁਪਨੇ ਲਏ ਸੀਗੇ ਵੀ ਚਲੋ ਜੇ ਹੋਰ 40 ਲੱਖ ਦੇ ਕੇ ਵੀ ਦੱਸ ਰਹੇ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਅਮਰੀਕਾ ਦੇ ਵਿੱਚ ਇੱਕ ਵੱਡਾ ਰੈਂਸਵੇਅਰ ਹਮਲਾ ਹੋਇਆ ਅਤੇ ਕਈ ਵੈਬਸਾਈਟਾਂ ਠੱਪ ਹੋ ਗਈਆਂ ਨੇ। ਹਾਲ ਹੀ ਦੇ ਵਿੱਚ ਇਹ ਹਮਲਾ ਹੋਇਆ ਜਿਸ ਕਰਕੇ ਅਮਰੀਕਾ ਦੇ ਵਿੱਚ ਬਣੀਆਂ ਕਈ ਵੈਬਸਾਈਟਾਂ ਠੱਪ ਕਰ ਦਿੱਤੀਆਂ ਗਈਆਂ ਨੇ। ਜੇਕਰ ਗੱਲ ਕਰੀਏ ਤਾਂ ਅਮਰੀਕੀ ਸ਼ਹਿਰ ਡਲਾਸ ਵਿੱਚ ਇੱਕੋ ਸਮੇਂ ਕਈ ਰੈਂਸਵੇਅਰ ਹਮਲੇ ਕੀਤੇ ਗਏ ਨੇ। ਇੱਕ ਸਾਈਬਰ ਹਮਲੇ ਵਿੱਚ ਕਈ ਸਰਕਾਰੀ ਵਿਭਾਗਾਂ ਦੀਆਂ ਵੈਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ ਵਿੱਚ ਜਿਨ੍ਹਾਂ ਕੰਪਿਊਟਰ ਸਰਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹਨਾਂ ਵਿੱਚ ਪੁਲਿਸ ਵਿਭਾਗ ਦੀ ਸਾਈਟ ਵੀ ਸ਼ਾਮਲ ਹੈ। ਇਸ ਹਮਲੇ ਤੋਂ ਬਾਅਦ ਡਲਾਸ ਪੁਲਿਸ ਵਿਭਾਗ ਦੀ ਵੈਬਸਾਈਟ ਆਫਲਾਈਨ ਹੋ ਗਈ ਹੈ। CNN ਦੀ ਇੱਕ ਰਿਪੋਰਟ ਦੇ ਅਨੁਸਾਰ ਡਲਾਸ ਪੁਲਿਸ ਵਿਭਾਗ ਦੀ ਵੈਬਸਾਈਟ ਆਫਲਾਈਨ ਹੋ ਸਕਦੀ ਹੈ, ਪਰ ਹੁਣ ਤੱਕ ਸ਼ਹਿਰ ਦੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਸਾਈਟ ਤੇ ਹਮਲੇ ਦਾ ਸੀਮਤ ਪ੍ਰਭਾਵ ਹੈ। ਸਿਟੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਈ ਸਰਵਰ ਅਜੇ ਵੀ ਰੈਂਸਵੇਅਰ ਲਈ ਕਮਜ਼ੋਰ ਸਨ। ਹਮਲੇ ਤੋਂ ਬਾਅਦ ਅਧਿਕਾਰੀ ਸ਼ਹਿਰ ਦੇ ਕੰਪਿਊਟਰ ਪ੍ਰਣਾਲੀਆਂ ਰਾਹੀਂ ਮਾਲਵੇਅਰ ਫੈਲਾਉਣ ਦੀ ਕੋਸ਼ਿਸ਼ ਨੂੰ ਰੋਕਣ ਦੇ ਲਈ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਹੋਰ ਸਰਵਰਾਂ ਨੂੰ ਬਹਾਲ ਕਰਨ ਦੇ ਲਈ ਵੀ ਕੰਮ ਚੱਲ ਰਿਹਾ ਹੈ। ਇਸ ਹਮਲੇ ਤੋਂ ਬਾਅਦ ਡਲਾਸ ਦੇ ਕਈ ਸਰਕਾਰੀ ਵਿਭਾਗਾਂ ਦੇ ਸਰਵਰ ਵੀ ਡਾਊਨ ਹੋ ਗਏ ਨੇ। ਡਲਾਸ ਦੇ ਵਿੱਚ ਅਦਾਲਤ ਦਾ ਕੰਮ ਵੀ ਠੱਪ ਹੋ ਗਿਆ। ਅਮਰੀਕਾ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ, ਜਿੱਥੇ ਡਾਕਟਰਾਂ ਦੇ ਵੱਲੋਂ ਗਰਭ ਦੇ ਵਿੱਚ ਪਲ ਰਹੇ ਬੱਚੇ ਦੀ ਬ੍ਰੇਨ ਸਰਜਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਹਰ ਕੋਈ ਹੀ ਹੈਰਾਨ ਹੈ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਡਾਕਟਰ ਜਿਹੜੇ ਨੇ ਉਹ ਗਰਭ ਦੇ ਵਿੱਚ ਪਲ ਰਹੇ ਬੱਚੇ ਦੀ ਸਰਜਰੀ ਜਿਹੜੀ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ। ਬ੍ਰੇਨ ਸਰਜਰੀ ਜਿਹੜੀ ਹੈ ਇਹਨਾਂ ਡਾਕਟਰਾਂ ਦੇ ਵੱਲੋਂ ਕੀਤੀ ਗਈ ਹੈ ਅਤੇ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਸਰਜਰੀ ਜਿਹੜੀ ਹੈ ਉਹ ਸਕਸੈਸਫੁਲ ਹੋਈ ਹੈ। ਅਮਰੀਕਾ ਦੇ ਵਿੱਚ ਡਾਕਟਰਾਂ ਦੀ ਇੱਕ ਟੀਮ ਨੇ ਗਰਭ ਦੇ ਵਿੱਚ ਹੀ ਇੱਕ ਬੱਚੇ ਦੇ ਦਿਮਾਗ ਦੀ ਸਰਜਰੀ ਜਿਹੜੀ ਹੈ ਉਹ ਕੀਤੀ ਹੈ। ਇਹ ਦੁਨੀਆ ਦਾ ਪਹਿਲਾ ਅਜਿਹਾ ਮਾਮਲਾ ਹੈ ਜਿੱਥੇ ਬੱਚੇ ਦੇ ਦਿਮਾਗ ਦੀ ਸਰਜਰੀ ਜਿਹੜੀ ਹੈ ਉਹ ਗਰਭ 'ਚ ਹੀ ਕੀਤੀ ਗਈ ਹੈ। ਦਰਅਸਲ ਬੱਚੇ ਨੂੰ ਵੀਨਸ ਆਫ ਗੈਲਨ ਮੈਲਫਾਰਮੇਸ਼ਨ ਨਾਂ ਦੀ ਇੱਕ ਬਿਮਾਰੀ ਸੀ, ਜਿਸ ਕਾਰਨ ਉਸ ਦੇ ਦਿਮਾਗ ਤੋਂ ਦਿਲ ਤੱਕ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਦੇ ਵਿੱਚ ਸਮੱਸਿਆ ਹੋ ਗਈ ਸੀ। ਸਥਿਤੀ ਐਸੀ ਕਿ ਜੇਕਰ ਸਰਜਰੀ ਨਾ ਕੀਤੀ ਜਾਂਦੀ ਤਾਂ ਬੱਚੇ ਦੀ ਜਨਮ ਤੋਂ ਥੋੜੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਸਕਦੀ ਸੀ। ਇਸ ਕਰਕੇ ਇਸ ਸਰਜਰੀ ਨੂੰ ਕਰਨਾ ਪਿਆ ਅਤੇ ਕੁਝ ਹੀ ਸਮੇਂ ਦੇ ਵਿੱਚ ਡਾਕਟਰਾਂ ਦੇ ਵੱਲੋਂ ਇਸ ਸਰਜਰੀ ਨੂੰ ਕੀਤਾ ਗਿਆ ਤੇ ਇਹ ਸਰਜਰੀ ਜਿਹੜੀ ਹੈ ਉਹ ਕਾਮਯਾਬ ਵੀ ਹੋਈ ਹੈ। ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ ਅਤੇ ਗੱਲ ਕਰਾਂਗੇ ਅਮਰੀਕਾ ਦੇ ਵਿੱਚ ਵਾਪਰੇ ਭਿਆਨਕ ਹਾਦਸੇ ਬਾਰੇ। अभी जो आपने देखा वो मेरी बेटी और बीवी है, लेकिन 8 साल पहले ऐसा नहीं था। 8 साल शादी को हो गए लेकिन संतान का सुख प्राप्ति नहीं हो रहा था। डॉक्टर के पास जाए तो रिपोर्ट हमेशा नॉर्मल आती। घर में रोज रोज झगड़ा कलेश होता था, ऑफिस में काम कर ही नहीं पाता था, यहाँ तक कि वाइफ घर छोड़ने को तैयार हो गई थी। फिर मेरे एक दोस्त ने मुझे एक उपाय बताया। उन्होंने कहा कि एस्ट्रो गुरु गोविंदा जी से तू एक बार संपर्क करके देख। पर जा इतने डॉक्टरों से कुछ नहीं हुआ तो वहां क्या होता। फिर भी मेरी पत्नी और मैं दोनों एस्ट्रो गुरु गोविंदा जी के पास गए। उन्होंने कुछ उपाय बताए और एक हवन करने को कहा। उनके उपायों को हमने अमल किया। उसके 1 साल बाद आप यकीन नहीं मानेंगे, चमत्कार हुआ। मेरी प्यारी सी बेटी मेरे घर में आई लक्ष्मी के रूप में, और किसकी बदौलत? एस्ट्रो गुरु गोविंदा जी की बदौलत। मैं दिल से उनका शुक्रिया अदा करता हूं। धन्यवाद। कहते हैं अगर बिजनेस में पार्टनर समझदार हो तो फिर फ़ायदा ही फ़ायदा होता है। मुझे अपनी कंपनी में बहुत लॉस हो रहा था। मैं इतना परेशान था कि मैंने अपने दोस्त को कह दिया, अपने पार्टनर को कह दिया कि भाई ऐसा है कि मैं ये कंपनी जो है बंद करने जा रहा हूँ। मुझे 2 महीने से ज़्यादा मैं इस कंपनी को नहीं चला पाऊँ। मेरे दोस्त वर्मा जी ने मुझे कहा कि आप एक बार गुरु गोविंदा जी से मिल लीजिए। हालांकि मैं इन सब चीज़ों को नहीं मानता था। मैंने अपने दोस्त को बहुत समझाया कि नहीं यार रहने दे, जब कुछ हो ही नहीं रहा तो क्या करें। लेकिन मेरे गुरु ने ज़बरदस्ती करी मुझसे और मैं गुरु गोविंदा जी से, एस्ट्रो गुरु गोविंदा जी से मिला। मैंने उनको कुंडली दिखाई, उन्होंने मेरी कुंडली देखी, मेरे पार्टनर की भी कुंडली देखी। तो एस्ट्रो गुरु गोविंदा जी ने मुझे जो उपाय बताए वो मैंने उपाय किए, तो आप यकीन मानेंगे मेरा बिजनेस दिन दुगनी रात चौगनी तरक्की करने लगा। हमें इतना बड़ा ऑर्डर मिला। हमारा काम आज गुरु गोविंदा जी की तरफ से बहुत बढ़िया आशीर्वाद उनका है। मेरा काम इतना बढ़िया चल पड़ा।
और मैं बहुत तहे दिल से उनका धन्यवाद करता हूँ। मैं 20 साल का था जब मैंने दोस्तों के साथ शराब और गुटखा जैसी चीज़ लेना शुरू की। फिर धीरे धीरे मेरा शौक़ आदत में बदलने लगा। मैं ना चाहते हुए भी रोज़ शराब पीने लगा। मेरी इन बुरी आदतों से मेरी पत्नी और मेरे घर वाले बड़ा चिंतित होने लगे। पहले ना जाने वो कितना नशा करते थे, कितनी शराब पीते थे, फिर इसका नतीजा ये निकल के आया उनके लीवर और फेफड़े खराब होने लगे थे, जिससे कि उन्हें बहुत परेशानियों का सामना करना पड़ा। मैंने कई बार शराब छोड़ने की कोशिश की लेकिन छोड़ नहीं पा रहा था। तभी मुझे मेरी एक सहेली ने एस्ट्रो गुरु गोविंदा जी के बारे में बताया। गुरुजी ने मेरे पति की कुंडली देखी, तब उन्होंने मुझे बताया कि मेरे पति की कुंडली में पितृ दोष है। तब मुझे गुरुजी ने कहा कि इनके लिए एक हवन कराना पड़ेगा। एस्ट्रो गुरु गोविंदा जी द्वारा बताए कुछ उपायों को जब मैंने किया तो धीरे धीरे मेरी नशे की लत छूट गई। आज उन्हीं की वजह से हम बहुत खुश हैं। मैंने मेरे बेटे की शादी 4 साल पहले की थी। सोचा था घर में बहू आएगी तो उसे बेटी की तरह रखूंगी। कुछ टाइम बाद बेटे और बहू के झगड़े, चीखना चिल्लाना, यहाँ तक कि बहू मेरे से भी लड़ने लगी थी और एक दिन बात हाथापाई तक पहुँच गई। फिर मैंने एक दिन बहू को किसी से फ़ोन पे बात करते हुए सुना। मैं समझ गई कि बहू किसी के कहने पे चल रही है। हमने उसे समझाने की, सुलह कराने की बहुत कोशिश की, पर वो उल्टा हम पे ही इल्ज़ाम लगाने लगी। फिर हमारे एक जानकार ने हमें एस्ट्रो गुरु गोविंदा जी के बारे में बताया और गुरुजी से मिली। गुरुजी ने हमें बहुत से उपाय बताए और यज्ञ करवाए। और एक वो दिन है और एक आज का दिन। हमारे घर में सब अच्छा है। बहू हमारा पूरा ध्यान रखती है। मैं एस्ट्रो गुरु गोविंदा जी का बहुत बहुत धन्यवाद करती हूँ। नमस्कार दोस्तों, आज मैं बहुत खुश हूँ और कुछ ऐसी ही खुशी तब थी जब मेरी इकलौती बेटी रिंकी विदेश से पढ़कर भारत वापस आई। मैं उसे लेने पहुंचा, लेकिन जब वो अपने विदेशी दोस्त को साथ में ले आई और साथ ही ये जिद भी कि वो शादी सिर्फ उससे करेगी, जिसके न घर खानदान, वो क्या है कौन है कुछ नहीं पता था। परेशान थे, अच्छे रिश्तों को ठुकरा दिया था उसने। पर एक बार मेरी वाइफ ने मुझे सजेस्ट किया कि एस्ट्रो गुरु गोविंदा जी हैं जो कुंडली देखकर ऐसे उपाय बताते हैं। सोचा कि क्यों ना जाकर देख ही लूं। कुछ उपाय बेटी ने किए और कुछ हम दोनों ने, और उन उपायों का ये असर हुआ। आज मेरा परिवार बहुत खुश है, बहुत सुखी है। आज वो अच्छे कैरियर में है, अपना कैरियर बना रही है। मैं एस्ट्रो गुरु गोविंदा जी का तहे दिल से शुक्रगुजार हूँ। धन्यवाद गुरु जी। ਤਾਂ ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੂਜੀਆ। ਅਮਰੀਕਾ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਾਉਂਦੇ ਹਾਂ। ਖਬਰ ਅਮਰੀਕਾ ਦੇ ਵਿੱਚ ਵਾਪਰੇ ਭਿਆਨਕ ਹਾਦਸੇ ਦੇ ਨਾਲ ਜੁੜੀ ਹੋਈ ਹੈ। ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦੇ ਵੱਲੋਂ ਟਰੱਕ ਦੇ ਨਾਲ ਇਹ ਹਾਦਸਾ ਜਿਹੜਾ ਹੈ ਉਹ ਕੀਤਾ ਗਿਆ ਹੈ। ਦੱਸਦੀ ਹੈ ਕਿ ਟਰੱਕ ਦੇ ਨਾਲ ਇੱਕ ਵਾਹਨ ਦੀ ਟੱਕਰ ਹੋ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ 2 ਮੌਤਾਂ ਵੀ ਹੋਈਆਂ ਨੇ। ਨਿਊਯਾਰਕ ਦੇ ਲੌਂਗ ਆਈਲੈਂਡ ਦੇ ਵਿੱਚ ਇੱਕ ਸ਼ਰਾਬੀ ਭਾਰਤੀ ਮੂਲ ਦੇ ਪਿਕਅਪ ਟਰੱਕ ਡਰਾਈਵਰ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ 14 ਸਾਲ ਦੇ 2 ਮੁੰਡਿਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ 2 ਹੋਰ ਜ਼ਖਮੀ ਹੋ ਗਏ ਨੇ। ਨਸਾਊ ਕਾਉਂਟੀ ਪੁਲਿਸ ਨੇ ਵੀਰਵਾਰ ਨੂੰ ਇਹ ਗੱਲ ਕਹੀ ਹੈ ਕਿ 34 ਸਾਲਾ ਅਮਨਦੀਪ ਸਿੰਘ ਜ਼ੈਰਿਕੋ ਦੇ ਵਿੱਚ ਨਾਰਥ ਬ੍ਰੌਡਵੇ ਤੇ ਨਾਰਥ ਬਾਉਂਡ ਲੇਨ ਦੇ ਵਿੱਚ ਆਪਣੇ ਡੋਜ਼ ਰੈਮ ਪਿਕਅਪ ਟਰੱਕ ਦੇ ਵਿੱਚ ਦੱਖਣ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਉਸਨੇ ਅਲਫਾ ਰੋਮੀਓ 4 ਦਰਵਾਜ਼ੇ ਵਾਲੀ ਸੈਡਾਨ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ 4 ਮੁੰਡੇ ਸਵਾਰ ਸਨ ਅਤੇ ਜਿਨ੍ਹਾਂ ਦੇ ਵਿੱਚੋਂ 2 ਮੁੰਡਿਆਂ ਦੀ ਪਛਾਣ ਜਿਹੜੀ ਹੈ ਉਹ ਡਰਿਊ ਹੈਸਨਬੇਨ ਅਤੇ ਏਥਨ ਵਜੋਂ ਹੋਈ ਹੈ ਅਤੇ ਇਸ ਦੇ ਨਾਲ ਹੀ 2 ਦੀ ਮੌਤ ਹੋ ਗਈ ਤੇ 2 ਜ਼ਖਮੀ ਦੱਸੇ ਜਾ ਰਹੇ ਨੇ ਜੋ ਕਿ ਜੇਰੇ ਇਲਾਜ ਨੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਗਲੀ ਖਬਰ ਜੁੜੀ ਹੋਈ ਹੈ ਜੋ ਬਾਈਡਨ ਦੇ ਨਾਲ। ਦੱਸਦੇ ਕਿ ਜੋ ਬਾਈਡਨ ਦੇ ਸਲਾਹਕਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਕ੍ਰਾਊਨ ਪ੍ਰਿੰਸ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ।
ਹਾਲ ਹੀ ਦੇ ਵਿੱਚ ਇਹ ਮੁਲਾਕਾਤ ਹੋਵੇਗੀ ਅਤੇ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਚੋਟੀ ਦੇ ਸਲਾਹਕਾਰਾਂ ਚੋਂ ਇੱਕ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਮਿਲਣ ਦੇ ਲਈ ਇਸ ਹਫ਼ਤੇ ਦੇ ਅੰਤ 'ਚ ਸਾਊਦੀ ਅਰਬ ਦੀ ਯਾਤਰਾ ਕਰਨਗੇ। ਵਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਇਹ ਗੱਲ ਕਹੀ ਹੈ। ਉਹ ਸਾਊਦੀ ਅਰਬ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਦੇ ਲਈ ਸਾਊਦੀ ਅਰਬ ਦੀ ਯਾਤਰਾ ਕਰਨਗੇ ਅਤੇ ਆਪਣੀ ਯਾਤਰਾ ਦੌਰਾਨ ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਦੇ ਆਪਣੇ ਹਮਰੁਤਬਾ ਨਾਲ ਵੀ ਮੁਲਾਕਾਤ ਕਰਨਗੇ। ਸੁਲੀਵਾਨ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਖਾੜੀ ਦੇਸ਼ਾਂ ਦੇ ਨਾਲ-ਨਾਲ ਅਮਰੀਕਾ ਅਤੇ ਬਾਕੀ ਦੁਨੀਆ ਵਿਚਕਾਰ ਸਹਿਯੋਗ ਦੇ ਨਵੇਂ ਖੇਤਰਾਂ ਤੇ ਚਰਚਾ ਕਰਨਗੇ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਕਾਰ ਜਿਹੜੇ ਸਬੰਧ ਸਨ ਉਹਨਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਦੇ ਨਾਲ ਇੱਕ ਵਿਆਪਕ ਆਰਥਿਕ ਭਾਈਵਾਲੀ ਤੇ ਹਸਤਾਖਰ ਜਿਹੜੇ ਨੇ ਉਹ ਕੀਤੇ ਸਨ। ਸੁਲੀਵਾਨ ਦੀ ਯਾਤਰਾ ਯੋਜਨਾਵਾਂ ਤੋਂ ਜਾਣੋ ਇੱਕ ਸਰੋਤ ਦੇ ਅਨੁਸਾਰ ਯਾਤਰਾ ਦੇ ਦੌਰਾਨ ਸੁਲੀਵਾਨ ਨੂੰ ਕਰਾਊਨ ਪ੍ਰਿੰਸ ਨਾਲ ਮਿਲਣ ਦੀ ਉਮੀਦ ਵੀ ਹੈ। ਤਾਂ ਇਹ ਤਾਂ ਸਨ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਜਿਨ੍ਹਾਂ ਦੇ ਨਾਲ ਅਸੀਂ ਤੁਹਾਨੂੰ ਮੁਖਾਤਿਬ ਕਰਵਾਇਆ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ।